ਸਤਨਾਮ। ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰਿ ਮਨ ਵਸਤ ਨਾਨਕ ਹੋਤ ਨਿਹਾਲ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਤੁਹ ਪੈ ਸੁਆਮੀ ਮਾਨਸ ਕੀ ਗਤ ਏਹੀ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਢ ਬਿਖੈ ਬਿਖ ਖਾਇ। ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਇ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਇ। ਅੱਖੀ ਘਟਾ ਮੂੰਹ ਵਿੱਚ ਰੱਟਾ ਬੋਲ ਨ ਸਕੇ ਬਿਟ ਬਿਟ ਤੱਕੇ। ਬੋਲੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਤੱਕੇ। ਸਦਕਾ ਬਾਬੇ ਨਾਨਕ ਦਾ ਮਾਰਿਆ ਹਰ ਰਾਏ ਦਾ। ਸਗਲ ਦੁਆਰ ਕੋ ਸਾਢ ਕੈ ਗਹਿਓ ਤੁਹਾਰੋ ਦੁਆਰ। ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਾਹਿਬ ਕਮਾਲ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿ ਥਾ। ਸਾਰੀ ਦੁਨੀਆ ਦੇ ਸਾਂਝੇ ਰਹਿਬਰ ਦੀਨ ਬੰਧੂ ਭਗਤ ਵਸ਼ਲ ਕਰਨਾ ਨਿਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਸਭ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਸਭ ਧੰਤਾ ਦੇ ਯੋਗ ਹੋ ਜੋ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਸਮੇਂ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਗੁਰੂ ਸਾਹਿਬ ਮਹਾਰਾਜ ਉਹਨਾਂ ਮਨੁੱਖਾਂ ਤੇ ਉਹਨਾਂ ਜੀਵਾਂ ਤੇ ਕਿਰਪਾ ਕਰਦੇ ਨੇ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਚੱਲਦੇ ਨੇ।
ਜੋ ਉਹਦੀ ਰਜ਼ਾ ਵਿੱਚ ਹੈ ਉਸ ਜੀਵ ਦਾ ਜੀਵਨ ਸੁਖੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਸੰਸਾਰ ਉੱਤੇ ਮਿਹਰ ਹੋਵੇ, ਸਭ ਦੁਨੀਆ ਦੇ ਲੋਕ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲਣ। ਜਦੋਂ ਪ੍ਰਮਾਤਮਾ ਦੇ ਮਾਰਗ ਤੇ ਚੱਲਾਂਗੇ, ਉਹਦੀ ਰਜ਼ਾ ਵਿੱਚ ਚੱਲਾਂਗੇ, ਤਾਂ ਸਾਡਾ ਆਪਣਾ ਸਮਾਜਿਕ ਜੀਵਨ, ਸਾਡਾ ਸੰਸਾਰ ਸੁਖੀ ਹੋਵੇਗਾ, ਪਰਿਵਾਰ ਸੁਖੀ ਹੋਵੇਗਾ। ਜਦੋਂ ਸੰਸਾਰ ਤੇ ਪਰਿਵਾਰ ਸੁਖੀ ਹੋਵੇਗਾ, ਫਿਰ ਸਾਡੀ ਆਤਮਾ, ਸਾਡਾ ਮਨ ਵੀ ਸੁਖੀ ਹੋਵੇਗਾ। ਬਹੁਤਾਤ ਗਿਣਤੀ ਦੇ ਵਿੱਚ ਸਾਡੇ ਮਨ ਇਸੇ ਕਰਕੇ ਦੁਖੀ ਨੇ ਵੀ ਸਾਡੇ ਘਰ ਤਾਂ ਦੁੱਖਾਂ ਦਾ ਪਹਾੜ ਟੁੱਟਿਆ ਹੈ, ਗਰੀਬੀ ਬਹੁਤ ਹੈ, ਚਿੰਤਾਵਾਂ ਇਸੇ ਕਰਕੇ ਵੱਧਦੀਆਂ ਨੇ। ਔਰ ਚਿੰਤਾ ਦੀ ਗ੍ਰਿਫਤ ਵਿੱਚ ਜਾ ਕੇ, ਮਾਇਆ ਦੇ ਚੱਕਰ ਵਿੱਚ ਫਸ ਕੇ ਇਹ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਪਰਮਾਤਮਾ ਤੋਂ ਦੂਰ ਚਲਾ ਜਾਂਦਾ ਹੈ। ਉਹੋ ਹੀ ਜੀਵ ਪਰਮਾਤਮਾ ਦੇ ਨੇੜੇ ਆਉਂਦੇ ਨੇ ਜਿਹੜੇ ਸੁਖੀ ਨੇ। ਤੇ ਸੁਖੀ ਹੋਣ ਦਾ ਮਾਰਗ, ਰਸਤਾ ਇਹੋ ਹੀ ਹੈ ਕਿ ਪਰਮਾਤਮਾ ਦੀ ਸ਼ਰਨ ਵਿੱਚ ਰਹੀਏ, ਭਾਣੇ ਵਿੱਚ ਰਹੀਏ। ਜਿਹੜੇ ਵੀ ਮਨੁੱਖ ਅੱਜ ਤੱਕ ਪਰਮਾਤਮਾ ਦੇ ਭਾਣੇ ਵਿੱਚ ਰਹੇ ਨੇ, ਰਜ਼ਾ ਵਿੱਚ ਰਹੇ ਨੇ, ਇਤਿਹਾਸ ਗਵਾਹ ਹੈ ਕਿ ਘਰ ਵਿੱਚ ਦੁੱਖ ਹੁੰਦਿਆਂ ਹੁੰਦਾਇਆਂ ਵੀ ਉਹ ਆਨੰਦ ਵਿੱਚ ਰਹੇ ਨੇ, ਖੁਸ਼ੀ ਖੁਸ਼ੀ ਜੀਵਨ ਜਿਉਂ ਕੇ ਗਏ। ਇਸ ਕਰਕੇ ਕੋਈ ਫਰਿਆਦ ਕਰਿਆ ਕਰੋ ਪਰਮਾਤਮਾ ਦੇ ਚਰਨਾਂ ਵਿੱਚ, ਹੇ ਵਾਹਿਗੁਰੂ ਕਿਰਪਾ ਕਰੋ, ਦੀਨ ਕੇ ਦਾਤੇ ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। ਹੇ ਪ੍ਰਮਾਤਮਾ, ਮੈਂ ਔਗਣਾਂ ਦਾ ਭਰਿਆ ਹੋਇਆ ਹਾਂ, ਔਗਣ ਹਾਰਾ, ਮੇਰੇ ਔਗਣਾਂ ਦੀ ਵਿਚਾਰ ਨਾ ਕਰੀ ਦਾਤਾ। ਜੇ ਕਿਤੇ ਤੂੰ ਮੇਰੇ ਔਗਣਾਂ ਦੀ ਵਿਚਾਰ ਕਰਨ ਲੱਗ ਪਿਆ ਤਾਂ ਸੰਸਾਰ ਵਿੱਚੋਂ ਮੇਰਾ ਜੀਵਨ ਖਤਮ ਹੋ ਸਕਦਾ ਹੈ, ਪਰ ਗੁਨਾਹ ਇੰਨੇ ਨੇ ਕਿ ਕਦੇ ਪੂਰੇ ਨਹੀਂ ਹੋ ਸਕਦੇ। ਮਾਟੀ ਕਾ ਕਿਆ ਧੋਪੈ ਸੁਆਮੀ, ਸਤਿਗੁਰੂ ਪ੍ਰਮਾਤਮਾ ਜੀ, ਉਹ ਮਿੱਟੀ ਦਾ ਕੀ ਧੋਣਾ, ਮਿੱਟੀ ਨੂੰ ਜਿੰਨਾ ਧੋਂਦੇ ਜਾਵਾਂਗੇ ਖੁਰਦੀ ਜਾਵੇਗੀ। ਬਸ ਇੰਨੇ ਗੁਨਾਹ ਮੇਰੇ ਅੰਦਰ ਨੇ। ਜਿਵੇਂ ਕਿ ਸਤਿਗੁਰੂ ਨੇ ਬਾਣੀ ਵਿੱਚ ਹੋਰ ਵੀ ਇੱਕ ਦਫਾ ਲਿਖਿਆ, ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ। ਜਿਵੇਂ ਸਮੁੰਦਰ ਪਾਣੀ ਦਾ ਭਰਿਆ ਹੈ, ਹੇ ਵਾਹਿਗੁਰੂ ਤੇਤੇ ਔਗਣ ਹਮਾਰੇ, ਮੇਰੇ ਵਿੱਚ ਔਗਣ ਵੀ ਇੰਨੇ ਨੇ। ਗੁਨਾਹਾਂ ਦਾ ਭਰਿਆ ਹੋਇਆ ਹਾਂ। ਬਾਣੀ ਵਿੱਚ ਫੈਸਲਾ ਕੀਤਾ ਹੈ ਕਿ ਗਲ ਤਾਈਂ ਪਾਪਾਂ ਦੇ ਨਾਲ ਇਹ ਮਨੁੱਖ ਭਰਿਆ ਹੋਇਆ ਹੈ। ਗਲ ਤਾਈਂ ਪਾਪ ਕਮਾਏ, ਗਲ ਤੱਕ ਪਾਪਾਂ ਦਾ ਭਰਿਆ ਹੋਇਆ ਇਹ ਘੜਾ ਸਰੀਰ ਦਾ। ਇਸ ਕਰਕੇ ਵਾਹਿਗੁਰੂ ਤੁਸੀਂ ਕਿਰਪਾ ਕਰੋ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ, ਇਹੀ ਮਨੁੱਖ ਦੀ ਤਾਂ ਗਤੀ ਹੀ ਏਦਾਂ ਦੀ ਹੈ। ਬਸ ਤੁਸੀਂ ਬਖਸ਼ਣਹਾਰ ਹੋ, ਤੁਸੀਂ ਮਿਹਰ ਕਰਨ ਵਾਲੇ ਹੋ। ਜੇ ਪ੍ਰਮਾਤਮਾ ਜੀ ਉਹ ਤੁਸੀਂ ਮਿਹਰ ਕਰ ਦਿੱਤੀ ਤਾਂ ਮੈਂ ਤੁਹਾਡੀ ਸ਼ਰਨ ਵਿੱਚ, ਭਾਣੇ ਵਿੱਚ ਚੱਲ ਸਕਦਾ, ਤੁਹਾਡੀ ਰਹਿਮਤ ਦਾ ਪਾਤਰ ਬਣ ਸਕਦਾ, ਕਿਰਪਾ ਦਾ ਪਾਤਰ ਸਕਦਾ, ਵਰਨਾ ਮੇਰੇ ਤੋਂ ਤੁਹਾਡੀ ਰਜ਼ਾ ਵਿੱਚ ਨਹੀਂ ਰਿਹਾ ਜਾਂਦਾ। ਕਿਉਂਕਿ ਸੰਸਾਰ ਦੀ ਮਾਇਆ, ਹੰਗਤਾ ਮੰਗਤਾ ਮੋਹ ਮਾਇਆ, ਇਹ ਸਾਡੇ ਮਨੁੱਖਾਂ ਦੇ ਜੀਵਨ ਕਾਲ ਵਿੱਚ ਆਈ ਹੋਈ ਹੈ ਤੇ ਗ੍ਰਿਫਤ ਵਿੱਚ ਲੈ ਰੱਖਿਆ ਮਨੁੱਖ ਨੂੰ। ਇਸ ਕਰਕੇ ਦਾਤਾ ਜੀ ਕਿਰਪਾ ਕਰੋ, ਲਿਖੈ ਕਤੇ ਨਾ ਸੁਟੀਐ, ਖਿਨ ਖਿਨ ਭੁੱਲਨ ਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਬਸ ਮੈਨੂੰ ਬਖਸ਼ ਲਵੋ। ਜੇ ਕਿਤੇ ਮੈਂ ਲੇਖਾ ਕਰਨ ਲੱਗ ਪਿਆ ਤੁਹਾਡੇ ਨਾਲ, ਹਿਸਾਬ ਕਿਤਾਬ ਕਰਨ ਲੱਗ ਪਿਆ ਕਰਮਾਂ ਦਾ, ਤਾਂ ਮੇਰਾ ਖਹਿੜਾ ਨਹੀਂ ਸੁੱਟ ਸਕਦਾ। ਲੇਖਾ ਕਤੇ ਨਾ ਸੁੱਟੀ ਹੈ, ਖਿਨ ਖਿਨ ਭੁੱਲਣ, ਮੈਂ ਤੇ ਪਲ ਪਲ ਕਰਕੇ, ਸਵਾਸ ਸਵਾਸ ਕਰਕੇ ਭੁੱਲਾਂ ਕੀਤੀਆਂ ਨੇ, ਗੁਨਾਹ ਕੀਤੇ ਨੇ।
बस एक कोई फरियाद है भी तू बख्शनहार है ते मैनू बख्श लाए। नानक पार उतार मेरा बेड़ा पार कर दे। इसे करके फिर कलगीधर पातशाह महाराज ने सानू गुनाहां दे भरे हुए जीवां नू परमात्मा दे घरों बख्शाउण वास्ते एक वस्तु दिती। कहण लगे वाहिगुरु नाम जहाज है, चढ़े सो उतरे पार। ऐ मनुख आ शरीर रूपी ठिकरा गुनाहां दा भरिया है, औगणां दा पापां दा भरिया होया, बकारां दा भरिया होया। जे तू चाहना भी मैं परमात्मा दे घर विच बख्शिया जावां, संसार समुंदर विचों पार हो जावां, तां फिर कहंदे वाहिगुरु शब्द दी आराधना कर। लै तैनू वाहिगुरु नाम जहाज है, जहाज दे दिता। चढ़े सो उतरे पार, जेड़ा जेड़ा इस जहाज विच चढ़ेगा, ये कहन लगे मेरी गारंटी है भी पार उतारा होवेगा, वो तर जावेगा संसार चो। वरना गुनाह पाप मनुख दी जिंदगी विच ऐने ने कि संसार भवदल विचों तरना औखा है। मनुख 100 सवा 100 150 किलो का वजन होवे मनुख दे शरीर विच, जां इउं कह लो शरीर भावें छोटा होवे, सिर उत्ते 50 किलो की पंड रख दिओ, सिर ते 50 किलो चुकिया होवे वजन, ते बंदे नूं कहीए भी तू आ नहर समुंदर नूं पार कर, नदी नूं पार कर, दरिया नूं पार कर, तैर के पार लंघ, नहीं तैरिया जा सकता। ਜਦੋਂ ਸਰੀਰ ਉੱਤੇ ਵਜ਼ਨ ਹੀ ਇੰਨਾ ਜ਼ਿਆਦਾ ਹੈ ਕਿ ਉਹ ਤੈਰਨਾ ਭਾਵੇਂ ਜਾਣਦਾ ਪਰ ਪਾਰ ਨਹੀਂ ਜਾ ਸਕਦਾ, ਕਿਉਂਕਿ ਵਜ਼ਨ ਹੈ ਕੋਲ। ਤੇ ਗੁਰੂ ਜੀ ਨੇ ਵੀ ਸਾਨੂੰ ਇਹ ਸਮਝਾਇਆ, ਇਹ ਬੰਦੇ ਜਦੋਂ ਤੂੰ ਪਾਪਾਂ ਦੀ ਵਿਕਾਰਾਂ ਦੀ ਪੰਡ, ਮਹਾਰਾਜ ਨੇ ਬਾਣੀ ਵਿੱਚ ਲਿਆ, ਵਿਕਾਰ ਪਾਥਰ ਗਲੇ ਬੰਨ੍ਹਦੇ। ਜਦੋਂ ਵਿਕਾਰਾਂ ਦੇ ਪੱਥਰਾਂ ਦੀ, ਔਗਣਾਂ ਦੀ, ਗੁਨਾਹਾਂ ਦੀ ਪੰਡ ਤੂੰ ਗਲੇ ਵਿੱਚ ਲਟਕਾ ਲਈ, ਪਾਰ ਨਾ ਭਵਨਾ ਜਾਈ ਹੈ। ਤੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਨਹੀਂ ਉਤਰ ਸਕਦਾ, ਪਾਰ ਉਤਾਰਾ ਨਹੀਂ ਹੋ ਸਕਦਾ ਤੇਰਾ, ਜਦੋਂ ਤੂੰ ਗਲ ਦੇ ਵਿੱਚ ਵਿਕਾਰਾਂ ਦੇ ਪੱਥਰ ਬੰਨ ਲਏ ਨੇ, ਵਜਨ ਗਲ ਵਿੱਚ ਲਟਕਾ ਲਿਆ। ਔਰ ਲੋਕਾਂ ਦੀ ਨਿੰਦਿਆ ਚੁਗਲੀ ਕਰ ਕਰਕੇ ਮਹਾਰਾਜ ਕਹਿੰਦੇ ਸਿਰ ਉੱਤੇ ਪਾਪਾਂ ਦੀ ਪੰਡ ਧਰ ਲਈ। ਇਸ ਕਰਕੇ ਬਸ ਇੱਕੋ ਹੀ ਰਾਸਤਾ ਹੈ ਕਿ ਪ੍ਰਮਾਤਮਾ ਅੱਗੇ ਫਰਿਆਦ ਕਰ, ਦਾਤਾ ਤੂੰ ਬਖਸ਼ਿੰਦਾ ਹੈ, ਬਖਸ਼ਣਹਾਰ ਹੈ, ਤੇ ਮੈਨੂੰ ਬਖਸ਼ ਲੈ। ਲੇਖਾ ਜੋਖਾ ਕਰਿਆ ਤੇ ਮੇਰਾ ਬੇੜਾ ਪਾਰ ਨਹੀਂ ਹੋ ਸਕਦਾ, ਕਿਉਂਕਿ ਮੈਂ ਗੁਨਾਹੀ ਹਾਂ। ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ, ਗੁਣ ਹੀ ਭਰਿਆ ਮੈਂ ਫਿਰਾਂ। ਹੈ ਦਾਤਾ ਮੈਂ ਤਾਂ ਗੁਨਾਹਾਂ ਦਾ ਭਰਿਆ ਹੋਇਆ ਹਾਂ, ਔਗਣਾਂ ਦਾ ਭਰਿਆ ਹੋਇਆ, ਔਰ ਮੈਨੂੰ ਪਤਾ ਲੱਗਾ ਹੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਵਾਹਿਗੁਰੂ मैं सुनिया समझ लगी है कि तेरी संगत ऐसी वस्तु है जिथों जमां दा फाहा भी कट्टिया जाता है, बंदे दा बेड़ा पार हो जाता है। हम अवगुण भरे एक गुण नाही, एक भी गुण नहीं, अमृत साड़ बिखै बिख खाई। मैं अमृत रूपी तेरे बचनां नूं छड्ड के निंदिया बकार रूपी जहर खा रहा हाँ। अमृत साड़ बिखै बिख खाई। दाता मैं ते रोज निंदा चुगली सुन के करके बकार जहर खा रहा, और किरपा कर एक उत्तम पंथ सुनियो। एक उत्तम पंथ, एक राह सुनिया मैं चंगा, जेड़े राह विचों दी मेरा बेड़ा पार हो सकता है, जेड़े राह ते तुरन दे नाल जम त्रास मिटाई है, जम भी दूर हट जाते हैं। वो रस्त है, वो पंथ है, वो मार्ग है। सतगुरु जी ने जो पहला वचन किए ने, वाहिगुरु नाम जहाज है। वो नाम दे जहाज वाला पंथ है, रस्ता है, मार्ग है, पंथ है। जेड़े पंथ ते चल के मनुख जीवन विचों पार हो सकता है, छुटकारा पा सकता है दुखों तो। इस करके एक अरदास भाट कीरत की, गुर रामदास
राखो सरनाई। हे वाहिगुरु, ये मेरी फरियाद है, बेनती है, अपनी सरन विच रख लै, अपने भाने विच लै आ मैनू। मेरे विच समर्था नहीं कि तेरे भाने विच चल सकां, तेरी सरन विच रह सकां। गुरु अगे फरियाद करनी जरूरी है। जदों जदों फरियाद करांगे, भाने विच चलांगे, ਤਾਂ ਉਹਦੀ ਰਹਿਮਤ ਦੇ ਪਾਤਰ ਬਣਾਂਗੇ। ਰਹਿਮਤ ਦੇ ਨਾਲ ਹੀ परमात्मा ਨੇ ਫਿਰ ਨਾਮ ਦੀ ਦਾਤ ਦੇਣੀ ਹੈ। ਜਿਉਂ ਜਿਉਂ ਨਾਮ ਆਵੇਗਾ, ਤਿਉਂ ਤਿਉਂ ਸਾਡਾ ਬੇੜਾ ਪਾਰ ਹੁੰਦਾ ਜਾਵੇਗਾ, ਤੈਰਦਾ ਜਾਵੇਗਾ। ਆਓ ਸਾਰੇ ਰਲ ਮਿਲ ਕੇ ਅੱਜ ਦੇ ਹੁਕਮਨਾਮੇ ਸਾਹਿਬ ਸ਼ਬਦ ਦੀ ਵਿਚਾਰ ਵਿੱਚ ਜੁੜੀਏ। ਸਤਿਗੁਰੂ ਮਹਾਰਾਜ ਸਾਨੂੰ ਸ਼ਬਦ ਦੇ ਦੁਆਰਾ ਕੀ ਉਪਦੇਸ਼ ਕਰਦੇ ਨੇ, ਸਾਰੇ ਪਿਆਰ ਸਹਿਤ रल मिल के सरवण करिए जी। एकाग्रता दे लई आखो सतनाम श्री वाहेगुरु। सोही महला पंजवा। अज दे हुक्मनामे साहिब 746 अंग ते सोही राग विच पंचम पातशाह गुरु अर्जन देव जी इस शब्द नूं अपने मुखारबिंद तो उचारदे हन। तौ मैं आया सरनी आया। शब्द की पहली ही पंक्ति विच कहन लगे, तौ मैं आया, हे दाता मैं तेरे दर आया, सरनी आया, तेरी सरन विच आया हाँ। तौ तौ दा भाव तेरे, हे दाता तेरे दर आया ते सरनी आया, तेरी सरन लैण वास्ते आया। ऐस मनुख नूं गुरु साहब जी समझा रहे ने कि बंदे परमात्मा अगे फरियाद करया कर, दाता तेरे दर ते आया हाँ, तेरी सरन लैण वास्ते आया हाँ। भरोसा आया, किरपा आया, हे दाता मैं तेरा भरोसा तक के आया, भरोसा आया, मैनू विश्वास है, भरोसा है तेरे ते, किरपा आया और तू किरपा कीती है, मैं तां तेरे दर आया। तेरे ते भरोसा है, यकीन है, इसे करके आया ते किरपा आया, तेरी किरपा है। तेरी किरपा तो बिना मैं तेरी सरन विच नहीं सी आ सकदा, तेरी मेहर तो बिना मैं तेरे दर बैठ नहीं सी सकदा। इस करके ये भी तेरी किरपा है कि मैं चल के तेरे दर आया, तेरे ते भरोसा किया। ज्यों भावै त्यों राखो स्वामी, मार्ग गुरहे पठाया। हे दाता तेरी किरपा नाल तेरी सरन विच आ गया, तेरे उत्ते भरोसा किया है। हुण तू किरपा कर, ज्यों भावै, हुण जिवें तैनूं भाउंदा है, जिवें तैनूं चंगा लगदा है, त्यों राखो स्वामी। हे मेरे स्वामी, हे परमेश्वर, तू मैनू उवें जिवें रख लै। हुण मर्जी तेरी है, मैं तेरे ते यकीन किया, तेरे ते भरोसा, तेरे लड़ लग्या। हुण जिवें तू रखना उवें जिवें रख। गुरु साहब जी कहंदे ने, मार्ग गुरहे पठाया, जिवें तेनू चंगा लगदा है उवें जिवें रख लै। और मार्ग गुरे पठाया, दाता अपने मार्ग ते पा दे, अपने राह ते तोड़ दे। मार्ग रस्ता, गुरहे पठाया, पठाए दा भाव चला दिता, पैदा कर दिता। हे वाहिगुरु तू अपने मार्ग ते मैनू पाया, इत्थों तक लै आया ते अगे भी इस मार्ग ते इस लैन ते मैनू तू पा। क्योंकि तेरे तो बिना, तेरी रहमत तो बिना, तेरी किरपा तो बिना मैं तेरे वाले मार्ग ते, तेरे वाले राह ते नहीं तुर सकदा। साडा इतिहास बोलदा है, जिन्ने भी पीर पकंबर औलिए फकीर होए ने, भगत जन होए ने, सबना ने उस अकाल पुरख वाहिगुरु अल्लाह ताला नू आख्या, है परमात्मा तेरे बिना असी कुछ नहीं, जे तू नाल है ते सब कुछ है, जे तू नाल नहीं ते साडे विच जोर नहीं, बल नहीं,
कि असी तेरे मार्ग ते चल सकीए। तू किरपा करी असी सिੱਖੀ सिदक निभा जाइए। तेरी किरपा तो बिना असी तेरे नाल निभा नहीं सकते। तू किरपा करेगा तो असी सिदक भी ते सिर भी दोवें चीज़ां तेनू दे सकते हैं। भरोसा तेरे ते रख सकते हैं, तेरे भरोसे असी सिर भी कटवा सकते हैं जे तू मेहर करे। नहीं साडे विच बल है नहीं। इस करके इत्थे भी गुरु अर्जन साहब जी सानू उपदेश करते हैं कि बंदे है मनुख उस परमात्मा अगे फरियाद करया कर, हे दाता जिवें तेनू चंगा लगदा रख लै और अपने मार्ग ते भी तू पाया ते अगे अपने मार्ग ते चला के रखी। रहाओ साह लैके अगे उचारण करते हैं। महा दुतर माया जैसे पवन चुलाया। हे वाहिगुरु तेरे चरणों विच फरियाद है कि मैं देखदा महा दुतर माया आ जिहड़ा संसार है ये दो धारी माया है। जिवें एक सियाणियां दी कहावत है भी दातरी दे तां एक पासे दंदे हुंदे ने, लोकां दे दो पासे। ये बस इहो ही बाणी विच समझाया गया। हे वाहिगुरु आ जिहड़ी संसार दी माया है ये दो धारी दो पासे दंदियां वाली माया है। जे असी संसार दे कारज करदे नहीं तां भी असी मरदे हां, जे करदे हां ते तां भी मरदे हां। इस करके तू दाता रक्षा करी। ये एहो जी माया है जैसे पवन चलाया। जिमें पवन बहुत ज्यादा तेज हनेरी वांग आउंदी होवे, जिन्हों आपां तूफान कह सकते हैं भी तेज हनेरी तेज तूफान जिमें चलता है ना, आ जिहड़ी संसार दी माया इन्नी तेज चलदी है। माया दा भाव पैसा नहीं, माया दा भाव है जिन्नू वेख के बंदा मोहित हो जाए। बंदा मोहित हर एक चीज ते हुंदा है, जिन्नू वेखदा है बंदा उसे नू कहंदा भी आ मैनू मिल जावे, इनू मैं पा लवां, आ चीज मेरे कोले भी होनी चाहिए है। घरे भावें 50 लाख की गड्डी खड़ी है पर दूसरे की 20 लाख वाली वेख के कहंदा यार इहदे फीचर ठीक ने, आ चंगी आ लैवां, आ मैनू मिल जे। घरे 50 दी है पर 20 वाली ते नजर सुट्टी जांदा भी आ मेरे नालों भी चंगी है। क्योंकि ये लिफाफा ये माया का रूप है। माया हर एक महाराज ने बाणी विच समझाया भी जो वस्तु वेखण विच आउंदी है, जिन्हों निगाह वेखदी है, अखां तकदियां ने, वो सारी माया का रूप है। कोई भी चीज है वो माया का रूप है, जिन्हों वेख के बंदा मोहित हो जाए। ये माया इन्नी तेजी दे नाल काम करदी है, तेज तूफान दे वांग चलदी है कि बंदे दी माड़ी जी नजर गई नहीं ते बस अंदर वासना पैदा होई। इसे करके मैं कल भी शायद बेनती की सी, महाराज कहंदे बिन देखे उपजै नहीं आसा। ये देखण सार आसा पैदा कर दिंदी है। जिवें पुलिस वाले कहंदे हुंदे ने ना भी नजर हटी तो दुर्घटना घटी, बस वो चीज है। जदों इहदी नजर जाती है तो उस वेले घटना वापर जाती है। माया अपना जाल उस वेले पा दिंदी है। इस हवा दे विच इन्नी वाइब्रेशन हो गई कि मनुख नूं समझ नहीं आउंदी। बंदा तां कहंदा मैं साह लैना ऑक्सीजन लैना, पर मनुख दे अंदर इन्नी वाइब्रेशन जा रही है, इन्नी माया जा रही है कि बहुत महाराज कहंदे जैसे पवन चलाया तेज तूफान हनेरी दे वांग वो माया अंदर जाके काम करदी है। इस करके हे वाहिगुरु महादुत्र माया ऐस भयानक संसार की माया विच मैं फसया होया हाँ ते तेज हनेरी दे वांग माया मैनू खिच खिच के मेरे पैर खेड़ रही है ते मैं रोज दी रोज उखड़दा जा रहा, रोज दी रोज मौत दे कुएं वल डिगदा जा रहा, उधर नूं धस्या जा रहा हाँ। और अगे महाराज उपदेश करते ने सुन सुन ही डराया कर रो धर्म राया। हे वाहिगुरु मैनू तां सुन सुन ही डर लगता है। जदों मैं सुनदा भी कर रो धर्म राया, भी धर्म राजा बड़ा करना है, वो किसी की नहीं सुनता, किसी नाल लिहाज नहीं करता, कर्मां दा फल लाउंदा है, उन्हें सच का फैसला करना है। ते दाता मैनू बड़ा डर लगता है उस वेले सुन सुन। संसार विच माया ऐसी है कि तेरे दर वल नूं मैं आ नहीं रहा, पैर इधर नूं आ नहीं रहे, क्योंकि अदरों
ਮਾਇਆ ਦੀ ਹਨੇਰੀ ਇੰਨੀ ਤੇਜ਼ ਝੁੱਲ ਰਹੀ ਹੈ, ਤੇਰੇ ਵੱਲ ਆਉਣ ਹੀ ਨਹੀਂ ਦਿੰਦੀ ਤੇ ਮੌਤ ਦੇ ਕੂਏ ਵੱਲ ਖਿੱਚ ਖਿੱਚ ਕੇ ਲੈ ਕੇ ਜਾਂਦੀ ਹੈ। ਤੇ ਫਿਰ ਉਦੋਂ ਸੁਣ ਸੁਣ ਕੇ ਡਰ ਲੱਗਦਾ, ਜਦੋਂ ਕਿਤੇ ਰੱਬ ਦੇ ਪਿਆਰੇ ਸੰਤ ਜਨ ਕੋਈ ਬਾਤਾਂ ਸੁਣਾਉਂਦੇ ਨੇ, ਉਦੋਂ ਸੁਣ ਸੁਣ ਕੇ ਡਰ ਲੱਗਦਾ ਵੀ ਆਹ ਵੀ ਕੁਝ ਹੋਣਾ ਸਾਡੇ ਨਾਲ। ਇਸ ਕਰਕੇ ਕਰ ਰੋ ਧਰਮ ਰਾਇਆ ਦਾਤਾ, ਜਿਹੜਾ ਤੇਰਾ ਧਰਮ ਰਾਜਾ ਉਹ ਵੀ ਬੜਾ ਕਰੜਾ ਹੈ। ਹੁਣ ਤੂੰ ਕਿਰਪਾ ਕਰ, ਗ੍ਰਹਿ ਅੰਧ ਕੁਪਾਇਆ ਪਾਵਕ ਸਗਰਾਇਆ। ਹੇ ਵਾਹਿਗੁਰੂ, ਗ੍ਰਹਿ ਅੰਧ ਕੁਪਾਇਆ, ਆ ਜਿਹੜਾ ਸੰਸਾਰ ਹੈ ਨਾ, ਇਹ ਅੰਨਾ ਖੂਹ ਹੈ। ਗ੍ਰਹਿ ਅੰਧ ਕੁਪਾਇਆ, ਇਹ ਜਿਹੜਾ ਸੰਸਾਰ ਹੈ ਇਹ ਅੰਨਾ ਖੂਹ ਹੈ। ਔਰ ਅਸੀਂ ਦੁਨੀਆ ਦੇ ਲੋਕ ਇਸ ਖੂਹ ਦੇ ਵਿੱਚ ਡਿੱਗਦੇ ਜਾ ਰਹੇ ਹਾਂ। ਮਹਾਰਾਜ ਕਹਿੰਦੇ ਚੇਤੇ ਰੱਖਿਓ, ਪਾਵਕ ਸਗਰਾਇਆ। ਪਾਵਕ ਕਹਿੰਦੇ ਨੇ ਅੱਗ ਨੂੰ। ਖੂਹ ਦੇ ਵਿੱਚ ਜਿਵੇਂ ਪਾਣੀ ਹੁੰਦਾ ਹੈ ਨਾ, ਕਹਿੰਦੇ ਇਸ ਸੰਸਾਰ ਰੂਪੀ ਖੂਹ ਦੇ ਵਿੱਚ ਪਾਣੀ ਦੀ ਥਾਂ ਤੇ ਪਾਵਕ ਅੱਗ ਹੈ। ਸਗਰਾਇਆ, ਇਹ ਅੱਗ ਦਾ ਸਾਗਰ ਹੈ। ਸਾਡਾ ਰਹਿਣ ਬਸੇਰਾ ਅੱਗ ਦੇ ਵਿੱਚ ਹੈ। ਔਰ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਗੁਰੂ ਨਾਨਕ ਸਾਹਿਬ ਵੀ ਇਸ ਗੱਲ ਨੂੰ ਜ਼ਿਕਰ ਕਰਦੇ ਨੇ। ਇਹ ਸੰਸਾਰ ਪਾਣੀ ਦੀ ਥਾਂ ਤੇ ਅੱਗ ਹੈ, ਅੱਗ ਦਾ ਸਮੁੰਦਰ ਹੈ, ਤੇ ਅਸੀਂ ਦੁਨੀਆ ਦੇ ਜੀਵ ਅੱਗ ਦੇ ਸਮੁੰਦਰ ਵਿੱਚ ਆ, ਤੇ ਉੱਤੋਂ ਤੇਜ਼ ਹਨੇਰੀ ਹੈ ਮਾਇਆ ਦੀ। ਇਸ ਕਰਕੇ ਹਰ ਪੱਖ ਤੋਂ ਡਰ ਹੀ ਡਰ ਹੈ। ਇਹ ਜਿਹੜਾ ਸਮੁੰਦਰ ਹੈ, ਅੰਧੇ ਖੂਹ ਦੇ ਵਿੱਚ ਆਪਾਂ ਦੁਨੀਆ ਦੇ ਲੋਕ ਡਿੱਗਦੇ ਜਾ ਰਹੇ ਹਾਂ, ਤੇ ਥੱਲੇ ਡਿੱਗਦੇ ਸਾਰੀ ਥੱਲੇ ਅੱਗ ਹੈ, ਤੇ ਅੱਗ ਵਿੱਚ ਸੜਦੇ ਬਲਦੇ ਆ, ਰੋਜ਼ ਦੁਖੀ ਹੁੰਨੇ ਆ ਕਿਸੇ ਪੱਖ ਤੋਂ, ਕਦੇ ਕਿਸੇ ਪੱਖ ਤੋਂ। ਅੰਦਰ ਚਿੰਤਾ ਹੀ ਚਿੰਤਾ ਹੈ, ਦੁੱਖਾਂ ਦੀ ਅੱਗ ਅੰਦਰ ਚੱਲਦੀ ਹੈ। ਇਸ ਕਰਕੇ ਹੁਣ ਆਖਰੀ ਰਸਤਾ ਹੈ ਇਸ ਅੱਗ ਤੋਂ ਬਚਣ ਦਾ, ਅੰਨੇ ਖੂਹ ਤੋਂ ਬਚਣ ਦਾ। ਇੱਕੋ ਹੀ ਰਸਤਾ ਹੈ, ਉਹ ਰਸਤਾ ਆਖਰ ਦੀਆਂ ਪੰਕਤੀਆਂ ਵਿੱਚ ਗੁਰੂ ਜੀ ਸਮਝਾਉਂਦੇ ਨੇ, ਗਹੀ ਓਟ ਸਦਾਇਆ। ਹੇ ਦਾਤਾ, ਮੈਨੂੰ ਜਦੋਂ ਪਤਾ ਲੱਗਾ ਵੀ ਧਰਮ ਰਾਜਾ ਬੜਾ ਕਰਦਾ ਹੈ, ਸੰਸਾਰ ਦੀ ਮੋਹ ਮਾਇਆ ਬੜੀ ਤੇਜ਼ੀ ਨਾਲ ਚੱਲ ਰਹੀ ਹੈ, ਔਰ ਮੈਂ ਖੂਹ ਵਿੱਚ ਡਿੱਗਦਾ ਜਾ ਰਿਹਾ ਤੇ ਅੱਗ ਵਿੱਚ ਸੜਦਾ ਜਾ ਰਿਹਾ, ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਵਾਹਿਗੁਰੂ ਗਹੀ ਓਟ ਸਦਾਇਆ, ਹੁਣ ਮੈਂ ਸਾਧੂਆਂ ਦੀ ਓਟ ਲਈ ਹੈ, ਹੁਣ ਮੈਂ ਸਤਿਪੁਰਸ਼ਾਂ ਦੀ ਓਟ ਲਈ ਹੈ। ਇਹ ਸਾਨੂੰ ਉਪਦੇਸ਼ ਕਰਦੇ ਨੇ ਗੁਰੂ ਸਾਹਿਬ ਜੀ, ਇਹ ਬੰਦਿਆ ਸਾਧੂਆਂ ਦੀ ਸੰਗਤ ਕਰ ਲੈ। ਆ ਜਿਹੜਾ ਸੰਸਾਰ ਚੱਲ ਰਿਹਾ ਹੈ ਇਹ ਬੜਾ ਭਿਆਨਕ ਹੈ। ਤੈਨੂੰ ਤਾਂ ਲੱਗਦਾ ਮਿੱਠਾ, ਪਰ ਦੇਖਣ ਨੂੰ ਮਿੱਠਾ, ਅੰਦਰ ਇਹਦੇ ਬੜੀ ਜ਼ਹਿਰ ਹੈ, ਬੜੀ ਕੜਤਣ ਹੈ। ਤੈਨੂੰ ਵੇਖਣ ਨੂੰ ਚੰਗਾ ਲੱਗ ਰਿਹਾ ਸੰਸਾਰ, ਵੀ ਮੈਂ ਬੜੇ ਨਜ਼ਾਰੇ ਲੈਣਾ, ਬੜਾ ਆਨੰਦ ਹੈ, ਆਹ ਵਸਤੂ ਮਿਲ ਗਈ, ਆਹ ਵਸਤੂ ਮਿਲ ਗਈ, ਪਰ ਅਸਲ 'ਚ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਤੈਨੂੰ ਸਮਝ ਨਹੀਂ ਆ ਰਿਹਾ, ਇਹ ਮਾਇਆ ਨੇ ਚੱਕਰਵਿਊਹ ਰਚਿਆ ਹੋਇਆ ਹੈ। ਮਾਇਆ ਤੈਨੂੰ ਸਮਝ ਨਹੀਂ ਆਉਣ ਦਿੰਦੀ। ਜਿਵੇਂ ਕਿਸੇ ਬੱਚੇ ਨੂੰ ਆਪਾਂ ਕੋਈ ਲਾਲਚ ਦੇ ਕੇ ਦਵਾਈ ਦੇਣੀ ਹੋਵੇ, ਉਹਨੂੰ ਕੋਈ ਲਾਲਚ ਦਿਖਾਈਦਾ, ਉਹ ਲਾਲਚ ਬਸ ਹੋ ਕੇ ਕੌੜੀ ਦਵਾਈ ਖਾਈ ਜਾ ਰਿਹਾ ਹੈ। ਇਹ ਤਾਂ ਇੱਕ ਉਦਾਹਰਨ ਹੈ। ਐਸੇ ਤਰ੍ਹਾਂ ਬਹੁਤ ਸਾਰੀਆਂ ਸੰਸਾਰ ਦੀਆਂ ਵਸਤੂਆਂ ਨੇ ਜਿਹੜੀਆਂ ਅਸੀਂ ਪਾ ਰਹੇ ਹਾਂ, ਲੱਗਦੀਆਂ ਚੰਗੀਆਂ ਨੇ, ਪਰ ਅਸਲ ਵਿੱਚ ਉਹ ਜ਼ਹਿਰ ਹੈ, ਮਾਇਆ ਹੈ। ਮਾਇਆ ਸਾਨੂੰ ਲਾਲਚ ਬਸ ਹੋ ਕੇ ਉਹ ਚੀਜ਼ਾਂ ਦੇ ਰਹੀ ਹੈ, ਸਾਨੂੰ ਸਮਝ ਨਹੀਂ ਆ ਰਿਹਾ। ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਇੱਕੋ ਇੱਕ ਰਸਤਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਦਾ। ਜੇ ਹਨੇਰੇ ਖੂਹ ਤੋਂ ਬਚਣਾ ਹੈ, ਜੇ ਅੱਗ ਤੋਂ ਬਚਣਾ ਹੈ, ਦੁੱਖਾਂ ਦੇ ਅੱਗ ਤੋਂ, ਚਿੰਤਾਵਾਂ ਤੋਂ ਬਚਣਾ ਹੈ, ਫਿਰ ਕਹਿੰਦੇ ਗਹੀ ਓਟ ਸਦਾਇਆ, ਫਿਰ ਸਾਧੂਆਂ ਦੀ ਓਟ ਲੈ ਲਓ, ਸਾਧੂਆਂ ਦੀ ਸ਼ਰਨ ਵਿੱਚ ਆ ਜਾਓ। ਨਾਨਕ ਹਰ ਧਿਆਇਆ, ਸਾਧੂਆਂ ਨੇ ਤੁਹਾਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣ ਦਾ ਰਾਹ ਦੇ ਦੇਣਾ ਹੈ। ਸਤਿਪੁਰਸ਼ਾਂ ਦੇ ਬਚਨਾਂ ਦੁਆਰਾ ਹੀ ਰੱਬ ਨੂੰ ਧਿਆਇਆ ਜਾ ਸਕਦਾ ਹੈ, ਨਹੀਂ ਤਾਂ ਰੱਬ ਨੂੰ ਜਪਣਾ ਬੜਾ ਔਖਾ ਹੈ। ਹੁਣ ਬੱਚੇ ਤਾਂ ਸਾਰੇ ਨੇ, ਇੱਕ ਬੰਦੇ ਨੂੰ ਆਪਾਂ ਕਹਿੰਦੇ ਵੀ ਫਲਾਣਾ ਬੰਦਾ ਅਨਪੜ੍ਹ ਹੈ, ਦੂਜੇ ਨੂੰ ਆਪਾਂ ਕਹਿੰਦੇ ਪੜ੍ਹਿਆ ਲਿਖਿਆ। ਕਾਰਨ ਕੀ ਹੈ? ਉਹ ਟੀਚਰ ਕੋਲੇ ਗਿਆ ਤੇ ਪੜ੍ਹਦਾ ਪੜ੍ਹਦਾ ਬਹੁਤ ਵੱਡੀਆਂ ਡਿਗਰੀਆਂ ਪ੍ਰਾਪਤ ਕਰ ਗਿਆ, ਪੜ੍ਹ ਲਿਆ। ਇੱਕ ਬੰਦਾ ਟੀਚਰ ਕੋਲੇ ਨਹੀਂ ਗਿਆ, ਉਹਨੂੰ ਲੋਕ ਵੀ ਅਨਪੜ੍ਹ ਕਹਿੰਦੇ ਨੇ। ਬਸ ਇੰਨੀ ਕੁ ਗੱਲ ਹੈ। ਜਦੋਂ ਗੁਰੂ ਦੀ ਸ਼ਰਨ, ਗੁਰੂ ਰੂਪੀ ਸਾਧੂ ਕੋਲੇ, ਸਤਿਪੁਰਸ਼ ਕੋਲੇ ਆਵਾਂਗੇ, ਇਸ ਨੇ ਫਿਰ ਸਾਨੂੰ ਨਾਮ ਜਪਣ ਦਾ ਰਾਹ ਦੱਸ ਦੇਣਾ, ਤਰੀਕਾ ਸਿਖਾ ਦੇਣਾ, ਪੜ੍ਹਾ ਦੇਣਾ। ਤੇ ਜੇ ਨਹੀਂ ਆਵਾਂਗੇ
फिर असीं अनपढ़ां दी कैटागरी विच रहांगे, रब नूं नहीं पढ़ सकदे। फिर ये गारंटी है, पक्का भी, जिवें महाराज कहंदे ग्रह अंधकू पाया पावक सगराया, फिर अग दे समुंदर विच डुबदे जा रहे हैं, डिगदे जा रहे हैं, सड़दे बलदे आ, हुण भी दुखी हाँ ते चेते रखियो आउण वाले जन्मां विच भी दुखी रहांगे। फिर एक गारंटी है इस गल दी गुरु साहब जी वल्लों। ते जे बचना चाहुंदे आ, फिर नानक हर ध्याया, फिर साधुआं दी संगत करके गुरु ग्रंथ साहिब महाराज रूपी साधु तो सिक्ख्या लैके उस निरंकार वाहिगुरु नूं ध्याना करिए। अब मैं पूरा पाया, आखिरी पंक्ति, अब मैं पूरा पाया। जदों परमात्मा अकाल पुरख वाहिगुरु नूं ध्यान लग पए, उदों आपां कह सकदे हां कि हुण मैं पूरे परमात्मा नूं पा लिया है, उस निरंकार नूं पा लिया है, ਜਿਹੜੇ परमात्मा ने मैनू हनेरियां तो बचाउणा है, ਜਿਹੜੇ परमात्मा ने मैनू माया तो बचाउणा है। देखो चेते रखना, जदों रब दा नाम अंदर आ वसिया, नाम जपण लग पे, फिर उस वेले तत्तियां हवावां भी कुछ नहीं बिगाड़ सकणगीਆਂ। कई बार बेनती कीती है, चाओ गिरद हमारा राम कार दुख लगे ना भाई, फिर कदे दुख नहीं लगेगा, चिंता अपने आप चली जाएगी। जदों अंतां दी हनेरी जां तूफान होवे, फिर उदों आपां की करदे हां, कमरे विच वड़दे हां, आसरा लभदे हां भी आपां लुक के अंदर बैठीए, बाहर किते हुण समझदार हो तुसीं भी ऐ ना हो जे, बाहर किते खलारा ही ना पै जे शरीर दा, अंदर लुक के बैठीदा है। हुण संसार विच महाराज कहंदे भाई बड़ी पापां दी हनेरी झल रही है, बड़ी तेज जैसे पवन चुलाया, बड़ी तेज माया आ रही है, ते ओदे तो बचन वास्ते हुण इक्को एक कमरा है, वह है साधु दी बाउंडरी, गुरु नानक दा घर, निरंकार वाहिगुरु दा सिमरन, ये सानू बचा सकदा है। इस करके इहदा ओट आसरा लईए। जदों आसरा लवांगे, अब मैं पूरा पाया, फिर परमात्मा अकाल पुरख वाहिगुरु मिलेगा। परमात्मा नूं जदों मिल गया तां उस वेले अकाल पुरख वाहिगुरु ने किरपा करनी है, सानू संसार समुंदर दे विचों तार देना है। आओ सारे रल मिल के यत्न करिए उस अकाल पुरख वाहिगुरु के चरणों नाल जुड़न दा, जिवें गुरु साहब जी ने सानू हुक्मनामे दे शब्द राही समझाउणा कीता है। तो मैं आया, सरनी आया, भरोसा आया, किरपा आया, ये गुरु के दर ते फरियाद करिए, हे दाता मैं तेरी शरण विच आया, तेरे ते भरोसा करके आया, यकीन करके आया, हुण किरपा करी, दर आए दी लाज रखी, सरन पए दी लाज रखी। जिवें धन कलगीधर पातशाह कहंदे ने, सगल द्वार को साड़ कै गह्यो तुहारो द्वार, वाहे गहे की लाज अस। हे वाहिगुरु हुण तू लाज रखी, मैं तेरा पल्ला फड़िया, तेरे दर आया, सब दर छड्ड के तेरा आसरा लिया, इस करके हुण तू किरपा करी, मेरी लाज रखी। ते जदों आपां भी गुरु अगे आके अरदास करांगे, फिर गुरु साहब जी जरूर एक दिन किरपा करनगे। जिदन साडे पापां नूं गनाहां नूं बख्श के चरनां नाल जोड़ लैणगे, जिदन गुरु जी ने समर्थ गुरु सिर हथ धरियो, जिदन समर्थ गुरु ने सिर उत्ते हथ रख दिता, उदन साडा बेड़ा बन्ने हो जाना, भवजल समुंदर दे विचों पार हो जावांगे। आओ सारे रल मिल के यतन करिए, अकाल पुरख वाहिगुरु की आराधना करन दा, सत संगत करन दा सुभाव बनाइए, क्योंकि गुरु की संगत विचों ही सानू सारा ज्ञान मिलना है। इत्थों आके शिक्षा मिलनी है, शिक्षा तो बिना असीं कोई भी डिग्री साध संत भगत वीर कुछ नहीं बन सकते, शिक्षा तो बिना। ये चेते रखियो गल, सिक्खा लैनी जरूरी है। ते सब तो वड्डी सिक्ख्या गुरु नानक साहब जी नूं पुछिया सी, कवन गुरु किसका तू चेला। गुरु नानक साहब नूं सिद्धा ने सवाल किया, बाबा तू कौन है, कित्थों आया है, तेरा गुरु कौन है, तेरा चेला कौन है। फिर गुरु नानक साहब जी ने बाले नूं आख्या सी, बाले इन्हां नूं दसना कर भी साबद गुरु सुरत धुन चेला। गुरु नानक साहब ने आख्या सी, मैं साबद दा आसरा लैके चलन वाला हाँ, मेरा शब्द ही गुरु है, और सुरत धुन चेला मेरी सुरती शब्द दा चेला है। इस करके साडे लई तां गुरु नानक साहब जी ने उपदेश ये कीता कि सब तो वड्डी पहलां शब्द तो सिक्ख्या लैनी है, शब्द दे आसरे चलना है। जदों शिक्षा लैके चलांगे, फिर वड्डियां वड्डियां पदवियां, कोई संत कहेगा, कोई देवता आखेगा, कोई बाबा, कोई महापुरुष,
ਫਿਰ ਅਲੱਗ-ਅਲੱਗ ਡਿਗਰੀਆਂ ਪ੍ਰਾਪਤ ਹੋਣਗੀਆਂ, ਅਲੱਗ-ਅਲੱਗ ਕੁਰਸੀਆਂ ਪ੍ਰਾਪਤ ਹੋਣਗੀਆਂ। ਇਹ ਕੋਈ ਕਿੱਥੋਂ ਤੱਕ ਪਹੁੰਚ ਸਕਦਾ ਹੈ, ਇਹ ਸਾਰਾ ਆਪਣੇ ਆਪ ਤੇ ਡਿਪੈਂਡ ਕਰਦਾ ਹੈ। ਇਸ ਕਰਕੇ ਯਤਨ ਕਰੀਏ ਗੁਰੂ ਬਾਬੇ ਦੇ ਸ਼ਬਦਾਂ ਨੂੰ ਸਮਝਣ ਦਾ, ਸੁਣਨ ਦਾ, ਮੰਨਣ ਦਾ, ਫਿਰ ਕਿਤੇ ਜਾ ਕੇ ਸਾਡਾ ਫਾਇਦਾ ਹੋ ਸਕਦਾ ਹੈ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਗੁਰੂ ਸਾਹਿਬ ਸੰਗਤ ਬਖਸ਼ਣਯੋਗ ਹੈ, ਬਖਸ਼ਣਾ। ਸੁੱਧਤਾ ਦੀ ਅਰਦਾਸ ਸਾਰੇ ਰਲ ਕੇ ਸਤਿਗੁਰ ਦੇ ਚਰਨਾਂ 'ਚ ਕਰਨੇ ਆ। ਦਿਓ ਸੀਸ ਸੰਗਤ ਦੇ ਬੱਚੇ ਨੂੰ ਕਥਾ ਕੀਰਤਨ ਕਰਨ ਦੀ ਜਾਚ ਆ ਜਾਏ। ਇਹੋ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਕ ਦਿਵਸ ਰਾਤ ਦੁਇ ਦਾਈ ਦਾਇਆ। ਖੇਲੇ ਸਗਲ ਚੰਗਿਆਈਆਂ ਬੁਰਿਆਈਆਂ, ਕਰਮੀ ਆਪੋ ਆਪਣੀ। ਜਿਨੇ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ